ਅੱਜ ਸੀਐਮ ਸਾਹਿਬ ਨੇ ਸਾਰੇ ਪੰਜਾਬ ਦੇ ਪੁਲਿਸ ਮਹਿਕਮੇ ਦੀ ਟੌਪ ਲੈਵਲ ਰਿਵਿਊ ਮੀਟਿੰਗ ਕੀਤੀ ਸੀ, ਲਾਅ ਐਂਡ ਆਰਡਰ ਰਿਵਿਊ ਮੀਟਿੰਗ। ਆਲ ਐਸਐਸਪੀਜ਼, ਆਲ ਕਮਿਸ਼ਨਰਸ ਆਫ ਪੁਲਿਸ, all range ADGPs, IGs, DIGs, senior officers at headquarters including Special DGP STF, Special DGP Intelligence, Special DGP Internal Security, ADGP AGTF ਤੇ ਇੱਕ ਕੰਪਰੀਹੈਂਸਿਵ ਰਿਵਿਊ ਲਾਅ ਐਂਡ ਆਰਡਰ ਦਾ ਕੀਤਾ ਗਿਆ ਪੰਜਾਬ ਸਟੇਟ ਦੇ ਵਿੱਚ। ਚੀਫ ਸੈਕਟਰੀ ਸਾਹਿਬ ਅਤੇ ਹੋਮ ਸੈਕਟਰੀ ਵੀ ਮੀਟਿੰਗ ਦੇ ਵਿੱਚ ਰਿਵਿਊ ਦੇ ਵਿੱਚ ਪ੍ਰੈਜ਼ੈਂਟ ਸੀਗੇ। ਸੋ ਸੀਐਮ ਸਾਹਿਬ ਦਾ ਪਹਿਲਾ ਫੋਕਸ ਜਿਹੜੀ ਵਾਰ ਔਨ ਡਰੱਗਸ ਸੀਐਮ ਸਾਹਿਬ ਨੇ 15 ਅਗਸਤ ਨੂੰ ਐਲਾਨ ਕੀਤਾ ਸੀ, ਉਸ ਦਾ ਰਿਵਿਊ ਕੀਤਾ ਗਿਆ ਤੇ ਇਸ ਦੇ ਵਿੱਚ ਹਦਾਇਤਾਂ ਦਿੱਤੀ ਗਈਆਂ ਸੀਐਮ ਸਾਹਿਬ ਵੱਲੋਂ ਕਿ ਜ਼ੀਰੋ ਟੋਲਰੈਂਸ ਹੈਗੀ ਡਰੱਗ ਟ੍ਰੈਫਿਕਿੰਗ ਲਈ ਤੇ ਸਾਰੇ ਪੰਜਾਬ ਦੇ ਵਿੱਚ ਪ੍ਰੋਪਰਟੀ ਫੋਰਫੀਚਰ ਡਿਸਟ੍ਰਿਕਟ ਵਾਈਜ਼ ਜਿਹੜੇ ਕੀਤੇ ਗਏ ਹੈਗੇ ਡਰੱਗ ਸਮਗਲਰਸ ਦੇ, ਉਸ ਦਾ ਰਿਵਿਊ ਕੀਤਾ ਗਿਆ ਤੇ ਹਦਾਇਤਾਂ ਦਿੱਤੀ ਗਈ ਕਿ ਪ੍ਰੋਪਰਟੀ ਫੋਰਫੀਚਰ ਤੇ ਮੈਕਸਿਮਮ ਫੋਕਸ ਹੋਣਾ ਚਾਹੀਦਾ। ਫੋਕਸ ਬਿਗ ਫਿਸ਼ ਤੇ ਜਿਹੜੇ ਵੱਡੇ ਸਮਗਲਰ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਸ ਦੇ ਨਾਲ ਗਰਾਊਂਡ ਲੈਵਲ ਤੇ ਇਸ ਦਾ ਇੰਪੈਕਟ ਮਹਿਸੂਸ ਹੋਣਾ ਚਾਹੀਦਾ ਕਿ ਜਿਹੜਾ ਆਮ ਬੰਦਾ ਹੈਗਾ ਪਿੰਡਾਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਡਰੱਗ ਜਿਹੜੀ ਵਿਕ ਰਹੀ ਹੈ ਉਸ ਤੇ ਸੀਵੀਅਰਲੀ ਉਸ ਨੂੰ ਕਰਟੇਲ ਕੀਤਾ ਜਾਣਾ ਚਾਹੀਦਾ ਤੇ ਹਰ ਡਿਸਟ੍ਰਿਕਟ ਦੀ, ਹਰ ਐਸਐਸਪੀ ਦੀ ਪਰਫਾਰਮੈਂਸ ਰਿਵਿਊ ਕੀਤੀ ਜਾਊਗੀ। ਕਿੰਨੀਆਂ FIR ਦਰਜ ਹੋ ਰਹੀਆਂ, ਕਿੰਨੇ ਜਿਹੜੇ ਹੈਗੇ ਡਰੱਗਸ ਰਿਕਵਰ ਹੋ ਰਹੇ ਹੈ ਤੇ ਕਿੰਨੇ ਜਿਹੜੇ ਸਮਗਲਰ ਹੈਗੇ ਉਹਨਾਂ ਦੀ ਪ੍ਰਾਪਰਟੀ, ਕਿੰਨੇ ਕਰੋੜ ਦੀ ਪ੍ਰਾਪਰਟੀ ਸੀਜ਼ ਹੋਈ। ਸੀਐਮ ਸਾਹਿਬ ਨੂੰ ਦੱਸਿਆ ਗਿਆ ਕਿ ਇਸ ਸਾਲ 105 ਕਰੋੜ ਦੀ ਪ੍ਰਾਪਰਟੀ ਆਫ ਡਰੱਗ ਸਮਗਲਰਸ ਹੈਜ਼ ਬੀਨ ਫੋਰਫਿਟਡ। ਸੋ ਇਹ ਇੱਕ ਜੰਗੀ ਪੱਧਰ ਤੇ ਜਿਹੜੀ ਵਾਰ ਔਨ ਡਰੱਗਸ ਕੈਰੀ ਔਨ ਕੀਤੀ ਜਾਊਗੀ। ਦੂਜਾ ਰਿਵਿਊ ਦਾ ਮੇਨ ਫੋਕਸ ਸੀਗਾ ਆਰਗੇਨਾਈਜ਼ਡ ਕ੍ਰਾਈਮ ਤੇ ਸੀਐਮ ਸਾਹਿਬ ਵੱਲੋਂ ਹਿਦਾਇਤ ਸੀਗੀ ਕਿ ਜਿਹੜਾ ਆਰਗੇਨਾਈਜ਼ਡ ਕ੍ਰਿਮੀਨਲ, ਜਿਹੜਾ ਗੈਂਗਸਟਰ ਹੈਗਾ ਜੋ ਇੱਕ ਚੌਕ ਦੇ ਵਿੱਚ ਕ੍ਰਾਈਮ ਕਰਦਾ ਤੇ ਦੂਜੇ ਚੌਕ ਤੱਕ ਉਸ ਨੂੰ ਪਹੁੰਚਣਾ ਨਹੀਂ ਚਾਹੀਦਾ। ਪੁਲਿਸ ਦਾ ਜਿਹੜਾ ਸਿਸਟਮ ਰਿਸਪੌਂਸ ਇੱਦਾਂ ਐਫੀਸ਼ੀਐਂਟ ਹੋਣਾ ਚਾਹੀਦਾ ਕਿ ਇਮੀਡੀਏਟਲੀ ਮੌਕੇ ਤੇ ਕਾਰਵਾਈ ਹੋਣੀ ਚਾਹੀਦੀ ਤੇ ਇੰਪੈਕਟ ਪਤਾ ਹੋਣਾ ਚਾਹੀਦਾ। ਐਕਸਟੋਰਸ਼ਨ ਕਾਲਸ ਤੇ ਅਗੇਨ ਇਟ ਵਾਜ਼ ਅ ਜ਼ੀਰੋ ਟੋਲਰੈਂਸ ਏਰੀਆ। ਇਹ ਦੱਸਿਆ ਗਿਆ ਕਿ ਇਸ ਸਾਲ ਅਸੀਂ 117 FIR ਦਰਜ ਕੀਤੀਆਂ ਐਕਸਟੋਰਸ਼ਨ ਕਾਲਸ ਤੇ 150 ਦੇ ਕਰੀਬ ਮੁਲਜ਼ਮ ਜਿਹੜੇ ਹੈਗੇ ਉਹ ਅਰੈਸਟ ਕੀਤੇ ਆ। ਪਰ ਸੀਐਮ ਸਾਹਿਬ ਵੱਲੋਂ ਸਖਤ ਹਦਾਇਤਾਂ ਸੀਗੀ ਕਿ ਹਜੇ ਵੀ ਐਕਸਟੋਰਸ਼ਨ ਕਾਲਸ ਕਾਫੀ ਆ ਰਹੀ ਹੈ ਤੇ ਪੁਲਿਸ ਨੂੰ ਗੀਅਰ ਅਪ ਕਰਨ ਦੀ ਲੋੜ ਹੈ ਤੇ ਐਕਸਟੋਰਸ਼ਨ ਕਾਲਸ ਤੇ ਇਮੀਡੀਏਟ ਫੌਰੀ ਤੌਰ ਤੇ ਐਗਜ਼ੈਂਪਲਰੀ ਐਕਸ਼ਨ ਤੇ ਪਨਿਸ਼ਮੈਂਟ ਦੇਣਾ ਚਾਹੀਦਾ। ਤੀਜਾ ਪੁਆਇੰਟ ਜਿਹੜਾ ਸੀਐਮ ਸਾਹਿਬ ਨੇ ਲਿਆ ਉਹ ਸੀਗਾ ਪਬਲਿਕ ਡੀਲਿੰਗ ਫਰੈਂਡਲੀ ਪੁਲਿਸਿੰਗ, ਕਿ ਜਿਹੜੇ ਪੁਲਿਸ ਆਫਸਰਸ ਹੈਗੇ SSPs ਨੂੰ ਹਦਾਇਤ ਕੀਤੀ ਗਈ ਕਿ ਉਹ ਹਰ ਦਿਨ ਇੱਕ ਥਾਣੇ ਦੇ ਏਰੀਏ ਦੇ ਵਿੱਚ ਲੋਕਾਂ ਦੇ ਵਿੱਚ ਜਾਣ, ਪਬਲਿਕ ਮੀਟਿੰਗਸ ਹੋਲਡ ਕਰਨ, ਲੋਕਾਂ ਨਾਲ ਇੰਟਰੈਕਟ ਕਰਨ ਤਾਂ ਕਿ ਜਿਹੜੀ ਲੋਕਾਂ ਦੀ ਦੁੱਖ ਤਕਲੀਫਾਂ ਹੈ ਉਹ ਸੀਨੀਅਰ ਆਫਸਰਸ ਨੂੰ ਪਤਾ ਲੱਗ ਸਕੇ ਤੇ ਉਸ ਤੇ ਇਮੀਡੀਏਟ ਜਿਹੜਾ ਐਕਸ਼ਨ ਕੀਤਾ ਜਾਵੇ। ਪੁਲਿਸ ਸਟੇਸ਼ਨਸ ਦੇ ਵਿੱਚ ਲੋਕਾਂ ਨੂੰ ਵੈਲਕਮ ਕੀਤਾ ਜਾਵੇ, ਉੱਥੇ ਜਿਹੜੇ ਏਰੀਏ ਦੇ ਰਿਸਪੈਕਟੇਬਲਸ ਹੈਗੇ ਪ੍ਰੋਮੀਨੈਂਟ ਲੋਕਾਂ ਨਾਲ ਮੀਟਿੰਗਸ ਕਰਕੇ ਜਿਹੜਾ ਪੁਲਿਸ ਤੇ ਆਮ ਪਬਲਿਕ ਦੇ ਵਿੱਚ ਜਿਹੜਾ ਗੈਪ ਹੈਗਾ ਉਸ ਨੂੰ ਦੂਰ ਕੀਤਾ ਜਾਵੇ। ਇਹ ਸੀਐਮ ਸਾਹਿਬ ਦੀ ਹਦਾਇਤਾਂ ਸੀਗੀਆਂ ਕਿ SSPs ਆਰ ਰਿਕੁਆਇਰਡ ਟੂ ਬੀ ਪ੍ਰੋਐਕਟਿਵ। ਜੇਲਸ ਤੇ ਕਾਫੀ ਵਿਸਤਾਰਪੂਰਵਕ ਡਿਸਕਸ਼ਨ ਹੋਈ, ਜਿਹੜੀ ਕਮੀ ਪੇਸ਼ੀ ਸੀਗੀ ਉਸ ਨੂੰ ਡਿਸਕਸ ਕੀਤਾ ਗਿਆ ਤੇ ਸੀਐਮ ਸਾਹਿਬ ਨੇ 3 pronged ਐਕਸ਼ਨ ਇਸ ਤੇ ਡਾਇਰੈਕਟ ਕੀਤਾ ਹੈਗਾ। ਫਸਟ ਆਫ ਆਲ ਜਿਹੜੇ ਜੇਲ੍ਹ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਪਰ ਪ੍ਰੋਵਾਈਡ ਕੀਤੇ ਜਾਣੇ ਚਾਹੀਦੇ, ਜਿਹੜੀ ਉਹਨਾਂ ਦੀ ਮੈਨ ਪਾਵਰ ਹੈ ਤੇ ਜਿਹੜੇ ਉਹਨਾਂ ਨੂੰ ਇਕਵਿਪਮੈਂਟਸ ਤੇ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਦੀ ਲੋੜ ਹੈ, ਜਿੱਥੇ ਮੋਬਾਈਲ ਜੈਮਿੰਗ ਸੋਲਿਊਸ਼ਨਸ ਕੁਝ ਜੇਲ੍ਹਾਂ 'ਚ ਦੇ ਵਿੱਚ ਇੰਸਟਾਲ ਹੋ ਰਹੇ ਹੈਗੇ, ਉਸ ਬਾਰੇ ਡਿਸਕਸ਼ਨ ਹੋਈ। ਸੈਕੰਡ ਹੋਇਆ ਕਿ ਜਿਹੜੇ ਵੀ ਇਹ ਮੋਬਾਈਲ ਡਿਟੈਕਸ਼ਨ ਹੁੰਦੇ ਆ ਇਹਨਾਂ ਦੇ FIRs ਨੂੰ ਦਰਜ ਹੁੰਦੀ ਹੈ। ਸੀਐਮ ਸਾਹਿਬ ਦੀ ਹਦਾਇਤਾਂ ਸੀ ਕਿ ਇਸ ਦੀ ਬੈਕਵਰਡ ਲਿੰਕੇਜ ਪੂਰੀ ਵਰਕਆਊਟ ਹੋਣੀ ਚਾਹੀਦੀ ਕਿ ਜਿਹੜਾ ਜੇ ਮੋਬਾਈਲ ਥਰੋ ਤੋਂ ਆਇਆ ਹੈਗਾ ਜਾਂ ਕਿਸੇ ਹੋਰ ਤਰੀਕੇ ਨਾਲ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ, ਜਾਂ ਜੇਲ੍ਹ ਸਟਾਫ ਦੀ ਕਨਾਈਵੈਂਸ ਤੋਂ ਆਇਆ ਹੈ ਜਾਂ ਉਹ ਥਰੋ ਕੀਤਾ ਗਿਆ ਹੈ ਜਾਂ ਕਿਸੇ ਦੀ ਨੈਗਲੀਜੈਂਸ ਨਾਲ ਆਇਆ ਹੈ, ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਤੇ ਜਿਹੜੇ ਕਲਪਰਿਟਸ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਇੱਕ ਸੀਐਮ ਸਾਹਿਬ ਨੇ ਬੜੀ ਸਪਸ਼ਟ ਗੱਲ ਕਹੀ ਕਿ ਅਕਾਊਂਟੇਬਿਲਿਟੀ ਆਫ SHOs ਐਂਡ ਸਬ ਡਿਵੀਜ਼ਨਲ DSPs ਹੈਜ਼ ਟੂ ਬੀ ਫਿਕਸਡ ਤੇ ਗਵਰਨਮੈਂਟ ਵੱਲੋਂ postings are being done on merit in a professional way. Therefore the police force has been equipped। ਦੱਸਿਆ ਗਿਆ ਕਿ ਇਸ ਵਾਰ ਅਸੀਂ ਜਿਵੇਂ ਨਵੀਆਂ ਗੱਡੀਆਂ ਦਿੱਤੀ ਜਾ ਰਹੀਆਂ SHOs ਨੂੰ, ਅੰਡਰ ਬਾਰਡਰ ਏਰੀਆ ਪਲਾਨ 20 ਕਰੋੜ ਰਿਲੀਜ਼ ਹੋਏ ਹੈ ਗਵਰਨਮੈਂਟ ਨੇ ਫॉर ਵਹੀਕਲਸ ਟੂ ਬਾਰਡਰ ਪੁਲਿਸ ਸਟੇਸ਼ਨ। ਬਾਰਡਰ ਤੇ CCTV ਲੱਗ ਰਹੇ ਹੈਗੇ। ਅਪਗ੍ਰੇਡੇਸ਼ਨ ਆਫ ਸਾਈਬਰ ਕ੍ਰਾਈਮ ਵਿੰਗ, ਅਪਗ੍ਰੇਡੇਸ਼ਨ ਆਫ ਇੰਟੈਲੀਜੈਂਸ ਵਿੰਗ ਲਈ 110 ਕਰੋੜ ਸਰਕਾਰ ਨੇ ਮੁਹੱਈਆ ਕਰਾਏ ਹੈ। ਸਰਕਾਰ ਵੱਲੋਂ ਲਾਅ ਐਂਡ ਆਰਡਰ ਇਨਫਰਾਸਟ੍ਰਕਚਰ ਨੂੰ ਸਟਰੈਂਥਨ ਕਰਨ ਲਈ ਵੀ ਫੰਡਸ ਦਿੱਤੇ ਗਏ ਹੈਗੇ। ਸੋ ਇਸ ਦੇ ਨਾਲ ਨਾਲ ਸਰਕਾਰ ਦੀ ਐਕਸਪੈਕਟੇਸ਼ਨ ਹੈਗੀ ਕਿ ਪੁਲਿਸ ਹੈਜ਼ ਟੂ ਪਰਫਾਰਮ ਇਨ ਅ ਪ੍ਰੋਫੈਸ਼ਨਲ ਵੇ ਤੇ ਸੀਐਮ ਸਾਹਿਬ ਵੱਲੋਂ ਇਹ ਟਾਰਗੇਟਸ ਦੱਸੇ ਗਏ ਜਿਵੇਂ ਮੈਂ ਦੱਸਿਆ। ਨੈਕਸਟ ਸੀਗਾ ਪ੍ਰੋਕਲੇਮਡ ਆਫੈਂਡਰਸ। ਪੰਜਾਬ ਦੇ ਵਿੱਚ ਪ੍ਰੋਕਲੇਮਡ ਆਫੈਂਡਰਸ ਦੀ ਫਿਗਰ ਕਾਫੀ ਹਾਈ ਹੈ ਤੇ ਇਸ ਨੂੰ ਡਿਸਕਸ ਕੀਤਾ ਗਿਆ ਕਿ ਕਿਸ ਤਰੀਕੇ ਨਾਲ
ਪ੍ਰੋਕਲੇਮਡ ਆਫੈਂਡਰਸ ਦਾ ਨੰਬਰ ਜਿਹੜਾ ਘਟਾਇਆ ਜਾ ਸਕੇ। ਪੌਕਸੋ ਕੇਸਿਸ ਦਾ ਰਿਵਿਊ ਕੀਤਾ ਗਿਆ ਕਿ ਇਸ ਦੇ ਵਿੱਚ ਜਿਹੜੀ ਕੰਪਲਾਇੰਸ ਰੇਟ ਹੈਗੀ, ਮਤਲਬ ਰੇਟ ਆਫ ਚਾਰਜ ਸ਼ੀਟ ਸਬਮਿਸ਼ਨ ਐਂਡ ਦ ਰੇਟ ਆਫ FIR ਰਜਿਸਟ੍ਰੇਸ਼ਨ, ਉਹ ਇੰਪਰੂਵ ਹੋਣੀ ਚਾਹੀਦੀ। ਜਿਹੜੀ ਤਫਤੀਸ਼ ਦਾ ਪ੍ਰੋਫੈਸ਼ਨਲ ਜਿਹੜਾ ਮਿਆਦ ਹੈਗਾ ਉਹ ਉਸ ਨੂੰ ਉੱਪਰ ਉਠਾਇਆ ਜਾਣਾ ਚਾਹੀਦਾ। ਤੇ CM ਸਾਹਿਬ ਨੇ ਇਹ ਵੀ ਚਿੰਤਾ ਵਿਅਕਤ ਕੀਤੀ ਕਿ ਜਿਹੜੀ ਪੇਸ਼ੀਆਂ ਹੈਗੀਆਂ, ਕੋਰਟ ਦੀ ਪੇਸ਼ੀਆਂ ਜਿਹਦੇ ਵਿੱਚ ਮੁਲਜ਼ਮ ਨੂੰ ਪੇਸ਼ ਕੀਤਾ ਜਾਂਦਾ ਹੈ, ਇਹ ਸਿਸਟਮ ਇੰਪਰੂਵ ਕਰਨ ਦੀ ਲੋੜ ਹੈ। ਤਕਰੀਬਨ ਇਸ ਵੇਲੇ 70 ਤੋਂ 75% ਜਿਹੜੀ ਪੇਸ਼ੀਆਂ ਸਾਰੇ ਪੰਜਾਬ ਦੇ ਵਿੱਚ 40,000 ਦੇ ਕਰੀਬ ਪੇਸ਼ੀਆਂ ਮੰਥਲੀ ਪੈਂਦੀਆਂ, ਜਿਹਦੇ ਵਿੱਚ 30 ਤੋਂ 32,000 ਮੁਲਜ਼ਮ ਪੇਸ਼ ਹੁੰਦੇ ਹਨ। तो CM ਸਾਹਿਬ ਡਿਸਕਸਡ ਐਂਡ ਇਸ਼ੂਡ ਡਾਇਰੈਕਸ਼ਨਸ ਕਿ ਇਸ ਨੂੰ ਹੋਰ ਇੰਪਰੂਵ ਕੀਤਾ ਜਾਵੇ, ਕਿਸ ਤਰੀਕੇ ਨਾਲ ਇਸ ਨੂੰ ਕੀਤਾ ਜਾ ਸਕਦਾ ਹੈ। ਇਲੀਗਲ ਮਾਈਨਿੰਗ ਤੇ ਬੜੀ ਸਪਸ਼ਟ ਡਾਇਰੈਕਸ਼ਨਸ ਗਵਰਨਮੈਂਟ ਦੀ ਹੈਗੀ ਕਿ ਇਲੀਗਲ ਮਾਈਨਿੰਗ ਇਜ਼ ਨਾਟ ਟੂ ਬੀ ਟੋਲਰੇਟਡ ਐਂਡ no police officer should be mixed up in illegal mining. Strict action would be taken against concerned police officers. ਟ੍ਰੈਫਿਕ ਤੇ ਜਿਹੜਾ ਸਾਡਾ ਐਨਫੋਰਸਮੈਂਟ ਸੀਗਾ, ਜਿਹੜੇ ਟ੍ਰੈਫਿਕ ਚਲਾਨਸ ਜਾਂ ਟ੍ਰੈਫਿਕ ਮੈਨੇਜਮੈਂਟ ਟੂ ਐਨਸ਼ੋਰ ਸਮੂਥ ਫਲੋ ਆਫ ਟ੍ਰੈਫਿਕ, ਉਹ ਰਿਵਿਊ ਕੀਤੇ ਗਏ। ਤੇ ਇਹ ਵੀ ਦੱਸਿਆ ਗਿਆ ਕਿ SSF ਬਣਨ ਤੋਂ ਬਾਅਦ ਨੈਕਸਟ ਮੰਥ CM ਸਾਹਿਬ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਲਾਂਚਿੰਗ ਹੋ ਜਾਊਗੀ, ਜਿਹਦੇ ਵਿੱਚ 116 ਟੋਇਟਾ ਹਿਲਕਸ ਗੱਡੀਆਂ ਤੇ 26 ਜਿਹੜੇ ਸਕਾਰਪੀਓ ਇੰਟਰਸੈਪਟਰਸ, 144 ਗੱਡੀਆਂ ਜਿਹੜੀਆਂ ਉਹ ਪੰਜਾਬ ਦੇ ਹਾਈਵੇਜ਼ ਤੇ ਲਾਂਚ ਕੀਤੀ ਜਾਣਗੀ। ਤਕਰੀਬਨ 1500 ਮੁਲਾਜ਼ਮ ਫਸਟ ਫੇਜ਼ ਦੇ ਵਿੱਚ ਡਿਪਲੋਏ ਕੀਤੇ ਜਾਣਗੇ। ਰਾਊਂਡ ਦਾ ਕਲੌਕ ਇਹਨਾਂ ਦੀ ਡਿਪਲੋਇਮੈਂਟ ਹੋਊਗੀ ਕਿ ਹਾਈਵੇ ਤੇ ਹਰ 30 ਕਿਲੋਮੀਟਰ ਤੇ ਗੱਡੀ ਹੋਊਗੀ। ਇਸ ਤੋਂ ਇਲਾਵਾ ਜਿਹੜੇ ਦੂਜੇ ਏਰੀਏ ਹੈਗੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਟ੍ਰੈਫਿਕ ਮੈਨੇਜਮੈਂਟ ਤੇ ਡਿਸਕਸ਼ਨ ਹੋਈ ਤੇ ਇਸ ਤੇ ਜ਼ੋਰ ਦਿੱਤਾ ਗਿਆ ਕਿ ਇਸ ਨੂੰ ਸਮੂਥ ਕੀਤਾ ਜਾਵੇ, ਜਿਹੜੇ ਬਲੈਕ ਸਪੌਟਸ ਹੈਗੇ ਉਹ ਆਈਡੈਂਟੀਫਾਈ ਕੀਤੇ ਜਾਣ। ਲਾਅ ਐਂਡ ਆਰਡਰ ਤੇ ਡਿਸਕਸ਼ਨ ਹੋਈ ਕਿ ਜਿਹੜੇ ਐਜੀਟੇਸ਼ਨਸ ਹੈਗੇ ਉਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਮੈਨੇਜ ਕਰਨਾ ਚਾਹੀਦਾ, ਸੋ ਦੈਟ ਆਮ ਲੋਕਾਂ ਨੂੰ, ਇਨਫੈਕਟ ਰੀਸੈਂਟ ਜਿਹੜੇ ਐਜੀਟੇਸ਼ਨਸ ਹੋਏ ਸੀ ਉਸ ਬਾਰੇ ਡਿਸਕਸ਼ਨ ਹੋਈ ਕਿ ਆਮ ਲੋਕਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਐਜੀਟੇਸ਼ਨਸ ਸ਼ੁੱਡ ਬੀ ਮੈਨੇਜਡ ਇਨ ਅ ਪ੍ਰੋਪਰ ਵੇ। ਓਵਰਆਲ CM ਸਾਹਿਬ ਨੇ ਇਹ ਆਸ ਰੱਖੀ ਹੈ ਕਿ ਪੰਜਾਬ ਪੁਲਿਸ ਇੱਕ ਪ੍ਰੋਫੈਸ਼ਨਲ ਤੇ ਬਿਹਤਰੀਨ ਫੋਰਸ ਹੈ ਤੇ ਪੰਜਾਬ ਪੁਲਿਸ ਇਹ ਸਾਰੇ ਜਿਹੜੇ ਟਾਰਗੇਟਸ ਹੈਗੇ ਸਾਰੇ ਇਸ ਨੂੰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਫੁੱਲ ਕਰੇਗੀ। ਜ਼ੀਰੋ ਟੋਲਰੈਂਸ ਹੈ ਆਰਗੇਨਾਈਜ਼ਡ ਕ੍ਰਾਈਮ ਤੇ ਗੈਂਗਸਟਰਸ। ਸਰ ਕੰਟਰੀ ਪਿਛਲੀ ਵਾਰ ਜਿੰਨੀ ਵੀ ਮੀਟਿੰਗਾਂ CM ਸਾਹਿਬ ਦੀਆਂ ਹੋਈਆਂ, ਉਹਨਾਂ ਨੇ ਹਰ ਵਾਰੀ ਇਹ ਕਿਹਾ ਕਿ ਜ਼ੀਰੋ ਟੋਲਰੈਂਸ ਹੈ, ਪਰ ਇਹ ਜ਼ੀਰੋ ਟੋਲਰੈਂਸ ਲਾਗੂ ਕਿਉਂ ਨਹੀਂ ਹੁੰਦੀ? ਪਿਛਲੇ 4 ਸਾਲ ਤੋਂ ਅਸੀਂ ਇਹੀ ਚੀਜ਼ ਸੁਣ ਰਹੇ ਹਾਂ ਜੀ। ਨਹੀਂ ਜੀ, ਬਹੁਤ ਜ਼ਿਆਦਾ ਫਰਕ ਪਿਆ। ਤੁਸੀਂ ਵੇਖੋ ਸਾਡੀ ਇਲੀਗਲ ਆਰਮਸ ਦੀ ਰਿਕਵਰੀ, ਡਰੋਨਸ, ਇਸ ਸਾਲ ਅਸੀਂ 1124 ਕਿਲੋ ਹੈਰੋਇਨ ਰਿਕਵਰ ਕੀਤੀ ਹੈ, ਜਿਹੜੀ ਹਿਸਟਰੀ ਦੇ ਵਿੱਚ ਪੰਜਾਬ ਦੇ ਵਿੱਚ ਕਦੀ ਇੰਨੀ ਹੈਰੋਇਨ ਰਿਕਵਰ ਨਹੀਂ ਹੋਈ। ਇਸ ਤੋਂ ਅੱਗੇ ਜਾਂਦੇ ਹੋਏ ਜਿਹੜੀ CM ਸਾਹਿਬ ਦੀ ਹਦਾਇਤ ਸੀਗੀ ਕਿ ਇਸ ਦਾ ਇੰਪੈਕਟ ਆਮ ਲੋਕਾਂ ਨੂੰ ਮਹਿਸੂਸ ਹੋਣਾ ਚਾਹੀਦਾ, ਜਿਹੜੇ ਮੁਹੱਲਿਆਂ ਦੇ ਵਿੱਚ, ਗਲੀਆਂ ਦੇ ਵਿੱਚ, ਪਿੰਡਾਂ ਦੇ ਵਿੱਚ ਜਿਹੜੀ ਡਰੱਗਸ ਵਿਕ ਰਹੀ ਹੈ ਉਸ ਤੇ ਨੱਥ ਪਾਓ। ਇਸ ਬਾਰੇ ਡਾਇਰੈਕਸ਼ਨ ਇਨਫੈਕਟ ਮੋਸਟਲੀ ਟੋਕੇ ਸਾਹਿਬ ਬੈਠੇ ਆ, ਅਸੀਂ ਮੇਰੇ ਖਿਆਲ ਤੋਂ ਇਸ ਸਾਲ 400 ਤੋਂ ਵੱਧ ਇਲੀਗਲ ਵੈਪਨ ਜਿਹੜੇ ਮੋਸਟਲੀ MP ਦੇ ਮੇਡ ਹੈਗੇ ਉੱਥੇ ਆਰਗੇਨਾਈਜ਼ਡ ਤਰੀਕੇ ਨਾਲ, ਇਨਫੈਕਟ ਇੱਕ ਕੰਸਾਈਨਮੈਂਟ ਮੈਨੂੰ ਯਾਦ ਹੈ 80 ਵੈਪਨ ਰਿਕਵਰ ਹੋਏ ਸੀਗੇ। ਸੋ ਇਹ ਕਾਫੀ ਵੱਡੀ ਸਮੱਸਿਆ ਹੈ। ਇੱਕ ਜਿਹੜੀ ਡਰੋਨ ਦੇ ਥਰੂ ਵੈਪਨ ਆਉਂਦੇ ਪਾਕਿਸਤਾਨ ਤੋਂ, ਸੈਕੰਡਲੀ ਜਿਹੜੀ ਕਹਿ ਲਓ ਹਿੰਟਰਲੈਂਡ ਤੋਂ ਜਿਹੜੀ ਸਮਗਲਿੰਗ, ਜਿਹੜੀ ਇੰਟਰ ਸਟੇਟ ਆਰਮਸ ਸਮਗਲਿੰਗ, ਇਹ ਵੀ ਬਹੁਤ ਜ਼ਿਆਦਾ ਹੋ ਰਹੀ ਹੈ। ਸਰ ਗੈਂਗਸਟਰਾਂ ਦੀ ਕੋਈ ਕੈਟਾਗਰੀ ਵੀ ਤੈਅ ਕੀਤੀ ਪਹਿਲਾਂ ਐਨਕਾਊਂਟਰ ਜਾਂ ਉਸ ਤਰੀਕੇ ਦੀ ਤਿਆਰੀ? ਨਹੀਂ ਦੇਖੋ ਜੀ, ਐਨਕਾਊਂਟਰ ਤੇ ਡਿਪੈਂਡ ਕਰਦਾ ਹੈ ਕਿ ਜੇ ਸਾਡੇ ਤੇ ਫਾਇਰ ਹੁੰਦਾ ਹੈ ਸੈਲਫ ਡਿਫੈਂਸ 'ਚ ਅਸੀਂ ਫਾਇਰ ਕਰਦੇ ਹਾਂ। ਇਹ ਅਸੀਂ ਸਾਰਿਆਂ ਨੂੰ ਹਿਦਾਇਤ ਦਿੱਤੀ ਹੈ ਕਿ ਸਾਨੂੰ ਲਾਅ ਦੇ ਵਿੱਚ ਰਹਿ ਕੇ ਪੁਲਿਸ ਹੈਜ਼ ਟੂ ਫੋਲੋ ਦੀ ਲਾਅ, ਪਰ ਜੇ ਪੁਲਿਸ ਤੇ ਕੋਈ ਫਾਇਰ ਕਰੂਗਾ ਪੁਲਿਸ ਸੈਲਫ ਡਿਫੈਂਸ ਤੇ ਕਰੂਗੀ ਆਪਣੀ। ਫਿਰੋਤੀਆਂ ਦੀ ਕਾਲ ਲਗਾਤਾਰ ਆਉਂਦੀ ਹੈ, ਕੋਈ ਫਿਰੋਤੀਆਂ ਦੀ ਕਾਲ ਤੇ ਬਹੁਤ ਜ਼ਿਆਦਾ ਅਸੀਂ ਕੰਮ ਕੀਤਾ ਹੈ, ਪਰ ਇਹ ਜ਼ਰੂਰ ਹੈ ਕਿ ਕਾਲਾਂ ਆਉਂਦੀਆਂ ਹੈ, ਐਕਸ਼ਨ ਵੀ ਹੁੰਦਾ ਹੈ ਤੇ ਸਾਡੇ ਵੱਲੋਂ ਹਿਦਾਇਤ ਹੈ ਕਿ ਐਗਜ਼ੈਂਪਲਰੀ ਐਕਸ਼ਨ ਲਓ ਤਾਂ ਕਿ ਸਬਕ ਮਿਲੇ ਜਿਹੜੇ ਇਸ ਤਰ੍ਹਾਂ ਦੀ ਕਾਲਾਂ ਕਰਦੇ ਆ ਜਾਂ ਪੈਸੇ ਲੈਣਾ। ਯੈਸ, all cases of illegal mining, police connivance would not be tolerated. These are clear directions of the government. सर स्ट्रीट क्राइम्स क्या है सर? हाल के दिनों में देखा गया कि स्ट्रीट क्राइम्स जो है वो काफी बढ़े हैं पंजाब में, उसको लेकर क्या कुछ अलग से इस पे डिस्कशन हुआ है? स्पेशली CM साहब ने यही बात फ्लैग करी कि जिसे एक हम थ्योरी ऑफ ब्रोकन विंडोज कहते हैं कि जो पेटी क्राइम है या स्नैचिंग है इससे ही हीनियस क्राइम बढ़ते हैं। तो इस बात पे जोर दिया गया और CM साहब ने स्पष्ट शब्दों में कहा कि कोई क्राइम करने वाला उसे इतना खौफ हो कि वो एक चौक पे क्राइम करे तो दूसरे चौक तक ना पहुंच सके, वो सेफ। जीरो टॉलरेंस। देखिए आप देखिए, ये तो प्रोएक्टिविटी का नतीजा है। इस साल 92 ड्रोन्स इंटरसेप्ट किए गए। BSF की प्रेस कॉन्फ्रेंस हुई थी जिन्होंने बताया कि 70 ड्रोन्स तो BSF ने इस साल गिराए हैं। सो काफ़ी ज़्यादा इस पर प्रोएक्टिविटी हुई है और CM साहब की क्लियर डायरेक्शंस है, जीरो टॉलरेंस फॉर ड्रग ट्रैफिकिंग एंड रोप ड्रोन्स। ठीक है, हाले साढ़े को ऑथेंटिक कन्फर्मेशन नहीं आई है, otherwise he has been nominated and wanted in numerous cases.